ਮੰਨ ਲਓ ਪ੍ਰਧਾਨ ਮੰਤਰੀ ਦੇ ਕੋਈ ਜ਼ਿਆਦਾ ਅੱਗੇ ਤਾਂ ਨਹੀਂ ਸੀ, ਆਪਣੀ ਫੋਰਸ ਲਗਾ ਕੇ ਵੀ ਜਾ ਸਕਦੇ ਸੀ, ਕੋਈ ਬੜੀ ਵੱਡੀ ਗੱਲ ਨਹੀਂ ਗੀ। ਪ੍ਰਧਾਨ ਮੰਤਰੀ ਹੀ ਦੇਸ਼ ਦੇ, ਆਪਣੇ 10 ਮਿੰਟ ਇੱਥੋਂ ਅੱਗੇ 5 ਮਿੰਟ 7 ਮਿੰਟ ਦਾ ਰਸਤਾ ਆਰਮੀ ਦਾ, ਤੇ ਇੱਥੋਂ ਇੱਕ ਫੋਨ ਤੇ ਉਹਨਾਂ ਦੇ 10 ਮਿੰਟ ਜਿੰਨੀ ਮਰਜ਼ੀ ਆਰਮੀ ਇਕੱਠੀ ਕਰ ਸਕਦੇ ਸੀ। ਬਿਲਕੁਲ ਜੀ, ਸਾਡੀ ਕੋਈ ਯੋਜਨਾ ਨਹੀਂ ਸੀ। ਮਤਲਬ ਯੋਜਨਾ ਤਾਂ ਬਣਾਉਂਦੇ ਨਾ ਵੀ ਜੇ ਸਾਨੂੰ ਪਤਾ ਹੁੰਦਾ ਵੀ ਇੱਥੋਂ ਦੀ ਆ ਰਿਹਾ। ਇਹ ਤਾਂ ਸਾਰੀ ਸਰਕਾਰ ਨੂੰ ਵੀ ਨਹੀਂ ਪਤਾ ਸੀਗਾ। 4 ਤਰੀਕ ਨੂੰ ਰਾਤ ਤੱਕ ਕਿ ਮੈਂ 5 ਤੱਕ ਕਹਿ ਸਕਦਾ, 5 ਨੂੰ ਸਵੇਰ ਤੱਕ ਜਦੋਂ ਬਠਿੰਡੇ ਆ ਗਿਆ ਉਦੋਂ ਤੱਕ ਕਿਸੇ ਨੂੰ ਨਹੀਂ ਪਤਾ ਸੀਗਾ। ਭਾਈ ਪ੍ਰਧਾਨ ਮੰਤਰੀ ਨੇ ਲੰਘਣਾ ਵੀ ਤੁਸੀਂ ਇਸ ਕਰਕੇ ਸੜਕ ਖਾਲੀ ਕਰ ਦਿਓ, ਸਾਨੂੰ ਕਿਹਾ ਹੀ ਨਹੀਂ, ਕਿਸੇ ਨੇ ਨਹੀਂ ਕਿਹਾ। ਇਹਨੂੰ ਐਕਚੁਅਲੀ ਟੈਰਰਿਜ਼ਮ ਕਹਿੰਦੇ, ਇਹਨੂੰ ਨੈਕਸਲਾਈਟ ਮੂਵਮੈਂਟ ਕਹਿੰਦੇ ਆ। ਟੈਰਰਿਸਟ ਉਹ ਨਹੀਂ ਹੁੰਦਾ ਜਿਹੜਾ ਸਿਰਫ ਗੋਲੀ ਚਲਾਏ। ਇਹ ਹੈਗਾ ਕਿ ਜਿੱਥੇ ਹਰ ਜਨ ਸਭਾ, ਹਰ ਲੋਕਾਂ ਨੂੰ ਰੋਕ ਦੇਣ, ਹਰ ਚੀਜ਼ਾਂ ਤੇ ਰੋਕ ਲਾ ਦੇਣ, ਉਹ ਇੱਕ ਟਾਈਪ ਦਾ ਟੈਰਰਿਜ਼ਮ ਹੀ ਹੈਗਾ। ਇਹ ਬਹੁਤ ਵੱਡਾ ਖਮਿਆਜਾ ਭੁਗਤਣਾ ਪਏਗਾ ਆਪਾਂ ਸਾਰਿਆਂ ਨੂੰ, ਪੰਜਾਬੀਆਂ ਨੂੰ। ਇੰਨਾ ਵੱਡਾ ਨਾਮ ਉਹਨਾਂ ਨੇ ਖਰਾਬ ਕਰਤਾ ਆਪਣਾ। ਅਜੀਤ ਵੈਬ ਟੀਵੀ ਤੇ ਆਪ ਜੀ ਦਾ ਸਵਾਗਤ ਹੈ। ਮੈਂ ਹਾਂ ਜਸਵਿੰਦਰ ਸਿੰਘ ਸੰਧੂ, ਫਿਰੋਜ਼ਪੁਰ ਤੋਂ। ਅਸੀਂ ਅੱਜ ਪਹੁੰਚੇ ਹੋਏ ਹਾਂ ਉਸ ਜਗ੍ਹਾ ਤੇ ਜਿੱਥੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਾਫਲਾ ਵਾਪਸ ਮੁੜਿਆ। ਪਿੰਡ ਪਿਆਰੇਆਣਾ ਦਾ ਇਹ ਉਹ ਪੁਲ ਹੈ ਜਿਹੜਾ ਤੁਸੀਂ ਦੇਖ ਰਹੇ ਹੋ, ਜਿੱਥੇ ਨਰਿੰਦਰ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਜਿਹੜੇ ਫਿਰੋਜ਼ਪੁਰ ਰੈਲੀ 'ਚ ਸ਼ਾਮਲ ਹੋਣ ਲਈ ਆ ਰਹੇ ਸੀ, ਜਿੱਥੇ ਕਿਸਾਨਾਂ ਦੇ ਧਰਨੇ ਤੋਂ ਲੱਗੇ ਜਾਮ ਕਾਰਨ ਨੂੰ ਵਾਪਸ ਮੁੜਨਾ ਪਿਆ। ਇਹ ਜਿਹੜੇ ਤੁਸੀਂ ਦ੍ਰਿਸ਼ ਤਸਵੀਰਾਂ ਦੇਖ ਰਹੇ ਹੋ, ਇਹ ਉਹ ਰਸਤਾ ਹੈ ਜਿਸ ਰਾਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਇੱਥੇ ਪਹੁੰਚੇ। ਅਸੀਂ ਉਸੇ ਜਗ੍ਹਾ ਤੇ ਪਹੁੰਚੇ ਹੋਏ ਹਾਂ ਜਿੱਥੋਂ ਉਹਨਾਂ ਨੇ ਕਾਫਲਾ ਵਾਪਸ ਕੀਤਾ। ਮੋਦੀ ਜੀ ਜਦੋਂ ਇੱਥੇ ਆਏ ਉਦੋਂ ਅਗਲੇ ਪਾਸੇ ਕੁਝ ਦੂਰੀ ਤੇ ਕਿਸਾਨਾਂ ਦਾ ਧਰਨਾ ਲੱਗਿਆ ਹੋਇਆ ਸੀ। ਨਾਲ ਹੀ ਜਿਹੜੇ ਭਾਜਪਾ ਵਰਕਰਾਂ ਦਾ ਕਾਫਲਾ ਜਿਹੜਾ ਇੱਥੇ ਪਹੁੰਚਿਆ ਹੋਇਆ ਸੀ, ਉਹਨਾਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਸਨ। ਅਸੀਂ ਇਸ ਪੁਲ ਤੇ ਚੜ੍ਹਨ ਉਪਰੰਤ ਇੱਥੇ ਕੁਝ ਦੇਰ ਜਿਹੜੇ ਨਰਿੰਦਰ ਮੋਦੀ ਜੀ ਰੁਕੇ। ਅਗਲੇ ਪਾਸਿਓਂ ਕਿਸਾਨਾਂ ਦਾ ਧਰਨਾ ਲੱਗਾ ਹੋਣ ਕਰਕੇ ਜਿਹੜੇ ਭਾਜਪਾ ਵਰਕਰ ਉਹ ਬੱਸਾਂ 'ਚੋਂ ਬਾਹਰ ਉਤਰ ਕੇ ਭਾਜਪਾ ਜਿੰਦਾਬਾਦ ਦੇ ਨਾਅਰੇ ਲਗਾਉਂਦੇ ਹੋਏ ਮੋਦੀ ਦੀ ਗੱਡੀ ਵੱਲ ਵਧੇ, ਅਤੇ ਇਸ ਗੱਡੀ ਜੋ ਵਧਦੇ ਵੇਖ ਕੇ ਜਿਹੜੀ PM ਮੋਦੀ ਦੀ ਜਿਹੜੀ ਸਿਕਿਉਰਿਟੀ ਸੀ ਉਸਨੇ ਵਾਪਸ ਗੱਡੀਆਂ ਮੋੜ ਲਈਆਂ, ਅਤੇ ਇੱਥੋਂ ਹੀ ਜਿਹੜਾ ਦੇਸ਼ ਦੇ ਪ੍ਰਧਾਨ ਮੰਤਰੀ ਰੈਲੀ 'ਚ ਨਹੀਂ ਪਹੁੰਚ ਸਕੇ ਅਤੇ ਉਹ ਵਾਪਸ ਚਲੇ ਗਏ। ਅਸੀਂ ਤੁਹਾਨੂੰ ਕੁਝ ਦ੍ਰਿਸ਼ ਦਿਖਾਵਾਂਗੇ ਜਿੱਥੇ ਕੁਝ ਲੋਕਾਂ ਨੇ ਖੜ ਕੇ ਉਹ ਮੂਵੀ ਬਣਾਈ ਵਾਪਸ ਜਾਣ ਦੀ। ਤੁਸੀਂ ਇਸ ਜਗ੍ਹਾ ਤੋਂ ਜਦੋਂ ਨਰਿੰਦਰ ਮੋਦੀ ਜੀ ਦੀ ਗੱਡੀ ਵਾਪਸ ਮੁੜੀ, ਉਦੋਂ ਇਹ ਸਾਹਮਣੇ ਦੀਵਾਰ ਕੋਠਿਆਂ ਤੇ ਖੜ ਕੇ ਜਿਹੜਾ ਹੈਗਾ ਉਹ ਲੋਕਾਂ ਨੇ ਉਹ ਮੂਵੀ ਦੇ ਦ੍ਰਿਸ਼ ਬਣਾਏ ਸੀ, ਜਿਹੜੇ ਸਾਨੂੰ ਇਸ ਪੁਲ ਤੋਂ ਗੱਡੀ ਵਾਪਸ ਮੁੜਦੀ ਦਿਖੀ ਸੀ। ਅਸੀਂ ਗੱਲ ਕਰਦੇ ਹਾਂ ਜਿਹੜੇ ਇੱਥੇ ਕੁਝ ਨੌਜਵਾਨ ਆ, ਉਹਨਾਂ ਨੇ ਮੌਕੇ ਤੇ ਕੀ ਵੇਖਿਆ ਜਾਂ ਕੀ ਇੱਦਾਂ ਦਾ ਘਟਨਾ ਘਟਿਆ। ਕੀ ਨਾਮ ਹੈ ਜੀ ਤੁਹਾਡਾ? ਲਖਵਿੰਦਰ ਸਿੰਘ ਜੀ। ਲਖਵਿੰਦਰ ਸਿੰਘ ਜੀ, ਤੁਸੀਂ ਇੱਥੇ ਤੁਹਾਡਾ ਨੇੜੇ ਕਿਹੜੀ ਦੁਕਾਨ ਹੈਗੀ ਹੈ? ਇੱਥੇ ਮੇਰੀ ਹਾਂਡਾ ਡੇਅਰੀ ਹੈ ਜੀ, ਸਾਹਮਣੇ ਥੱਲੇ। ਉੱਥੇ ਅਸੀਂ ਖੜੇ ਸੀਗੇ ਜਦੋਂ ਪ੍ਰਧਾਨ ਮੰਤਰੀ ਜੀ ਇੱਥੇ ਪਹੁੰਚੇ ਸੀਗੇ। ਤੁਸੀਂ ਕੀ ਵੇਖਿਆ ਫਿਰ ਉਦੋਂ? ਅਸੀਂ ਵੇਖਿਆ ਜੀ ਉੱਧਰ ਕਿਸਾਨ ਸੀਗੇ ਤਕਰੀਬਨ 2 ਕਿਲੋਮੀਟਰ ਦੂਰ ਪੁਲ ਤੇ ਇੱਧਰ ਸੀਗੇ BJP ਦੇ ਕੁਝ, ਉਹਨਾਂ ਦੇ ਬੱਸਾਂ ਵਿੱਚ ਆਏ ਸੀਗੇ ਜੋ ਰੈਲੀ ਤੇ ਜਾਣਾ ਸੀਗਾ ਉਹਨਾਂ, ਤੇ ਆਪਣਾ ਉੱਥੇ ਕਿਸਾਨ ਖੜੇ ਸੀਗੇ। ਤੇ ਜਦੋਂ ਰਸਤਾ ਬਲੌਕ ਹੋਇਆ ਸੀ, ਜਦੋਂ ਨਰਿੰਦਰ ਮੋਦੀ ਦਾ ਕਾਫਲਾ ਆਇਆ, ਤੇ ਉਦੋਂ ਜਿਹੜੇ ਭਾਜਪਾ ਵਰਕਰਾਂ ਦਾ ਕੀ ਰੋਲ ਸੀ? ਭਾਜਪਾ ਵਰਕਰ ਕਹਿ ਰਹੇ ਸੀ ਕਿ ਅਸੀਂ ਲੰਘਣਾ ਹੀ ਲੰਘਣਾ ਹੈ, ਤੇ ਆਪਣੇ ਕਿਸਾਨ ਵੀਰ ਕਹਿ ਰਹੇ ਸੀ ਕਿ ਆਰਾਮ ਨਾਲ ਲੰਘ ਜਾਓ, ਕਿ ਇਦਾਂ ਦਾ ਨਹੀਂ ਅਸੀਂ ਲੰਘਣ ਦੇਣਾ, ਤੁਹਾਨੂੰ ਇੱਕ ਰੋਡ ਖਾਲੀ ਕਰ ਦੇਣੇ, ਉੱਧਰ ਆਰਾਮ ਨਾਲ ਲੰਘ ਜਾਓ ਤੁਸੀਂ। ਹਾਂਜੀ। ਤੇ ਜਿਹੜਾ ਇੱਥੇ ਦੋਸ਼ ਲਗਾਏ ਜਾ ਰਹੇ ਆ ਕਿ ਇਹ ਕਾਂਗਰਸ ਨੇ ਉਹਨਾਂ ਨੂੰ ਸਾਜ਼ਿਸ਼ ਕਰਕੇ ਵਾਪਸ ਮੋੜਿਆ, ਇਹਦੇ 'ਚ ਕੀ ਉਹ ਕਿਸਾਨ ਸੀ ਜਾਂ ਕਾਂਗਰਸੀ ਵਰਕਰ ਸਨ? ਨਹੀਂ ਜੀ, ਉਹ ਕਿਸਾਨ ਹੀ ਸੀਗੇ, ਕਾਂਗਰਸ ਵਰਕਰ ਕੋਈ ਨਹੀਂ ਸੀਗੇ ਜੀ। ਬਿਲਕੁਲ ਜੀ, ਅਸੀਂ ਗੱਲ ਕਰਦੇ ਹਾਂ ਵੀ ਜਿਹੜਾ ਇੱਥੇ ਪ੍ਰਤੱਖਦਰਸ਼ੀਆਂ ਦਾ ਕਹਿਣਾ ਹੈ ਕਿ ਜਿਹੜੇ ਕਿਸਾਨਾਂ ਦਾ ਧਰਨਾ ਲੱਗਾ ਹੋਇਆ ਸੀ ਅਤੇ ਨਰਿੰਦਰ ਮੋਦੀ ਦੇ ਜਿਹੜੇ ਕਾਫਲੇ ਦੇ ਕੋਲ ਪਹੁੰਚੇ, ਉਹ ਭਾਜਪਾ ਵਰਕਰ ਹੀ ਜਿੰਦਾਬਾਦ, ਭਾਜਪਾ ਜਿੰਦਾਬਾਦ ਦੇ ਨਾਅਰੇ ਲਗਾਉਂਦੇ ਪਹੁੰਚੇ। ਤੁਹਾਡਾ ਕੀ ਨਾਮ ਹੈ ਜੀ? ਮੇਰਾ ਲਖਵਿੰਦਰ ਸਿੰਘ ਜੀ। ਤੁਸੀਂ ਲਖਵਿੰਦਰ ਸਿੰਘ ਜੀ ਯੂਥ ਕਾਂਗਰਸ ਦੇ ਪ੍ਰਧਾਨ ਹੋ। ਜਿਹੜਾ ਕਾਂਗਰਸ ਤੇ ਜਿਹੜੀ ਦੋਸ਼ ਲਗਾਏ ਜਾ ਰਹੇ ਆ, ਕੀ ਕਹਿਣਾ ਤੁਹਾਡਾ? ਵੀ ਵਾਕਈ ਕਾਂਗਰਸੀ ਇੱਥੇ ਜਿਹੜੇ ਜਮ੍ਹਾਂ ਹੋਏ ਸੀ? ਬਿਲਕੁਲ ਗਲਤ ਦੋਸ਼ ਲਾ ਰਹੇ ਆ ਜੀ ਇਹਦੇ ਵਿੱਚ। ਅਸਲ ਵਿੱਚ ਗੱਲ ਜਿਹੜੀ ਮੈਂ ਹੁਣ ਆ ਕੇ ਬਾਅਦ ਪਤਾ ਕੀਤਾ, ਇੱਥੇ ਮੈਂ ਸਰਪੰਚ ਵੀ ਮੌਜੂਦਾ ਇੱਥੋਂ ਬਸਤੀ ਪਿਆਰੇਆਣੇ ਤੋਂ, ਤੇ ਜਦੋਂ ਮੈਂ ਆ ਗਿਆ ਮੁੰਡਿਆਂ ਨੂੰ ਪਤਾ ਕੀਤਾ ਵੀ ਸਾਰੀ ਗੱਲਬਾਤ ਕੀ ਆ, ਇੱਦਾਂ ਦੀ ਕੋਈ ਗੱਲਬਾਤ ਨਹੀਂ ਹੋਈ। ਕੋਈ 100-150 ਕਿਸਾਨ ਸੀਗਾ ਅੱਗੇ, ਕੋਈ ਆਪਾਂ ਕਹੀਏ ਅੱਗੇ ਕੁਰਸੀਆਂ ਇਹਨਾਂ ਦੀਆਂ ਖਾਲੀ ਪਈਆਂ ਸੀਗੀਆਂ ਬਹੁਤ ਜ਼ਿਆਦਾ, ਜਿਹਨੂੰ ਵੇਖ ਕੇ ਬਖਲਾਹਟ ਦੇ ਵਿੱਚ ਇੱਥੋਂ ਮੋਦੀ ਜੀ ਵਾਪਸ ਆ ਗਏ। ਕੈਪਟਨ ਸਾਹਿਬ ਤੋਂ ਅੱਗੇ ਅਸਲ ਵਿੱਚ ਨਾ ਇਕੱਠ ਨਹੀਂ ਹੋਇਆ। ਜਿਹੜੇ ਕੈਪਟਨ ਸਾਹਿਬ ਆਪਣੇ ਲੋਕ ਕਾਂਗਰਸ ਦੇ ਪ੍ਰਧਾਨ ਆ ਨਾ, ਉਹਨਾਂ ਨੇ ਬਹੁਤ ਗਲਤ ਫਹਿਮੀ ਦੇ ਵਿੱਚ ਨਰਿੰਦਰ ਮੋਦੀ ਦਾ ਪ੍ਰੋਗਰਾਮ ਰੱਖ ਲਿਆ। ਜਦੋਂ ਉਹਨਾਂ ਨੇ CID ਰਿਪੋਰਟਾਂ ਲਈਆਂ ਪਿੱਛੋਂ
ਵੀ ਕੁਰਸੀਆਂ ਖਾਲੀ ਪਈਆਂ, ਉਹਨੇ ਇੱਕ ਬਹਾਨਾ ਬਣਾ ਕੇ ਵਾਪਸ ਚਲੇ ਗਏ। ਬਿਲਕੁਲ ਜੀ, ਜਿਹੜਾ ਇੱਥੋਂ ਵਾਪਸ ਗਏ ਆ ਉਹਦੇ ਨਾਲ ਮਤਲਬ ਕਾਂਗਰਸ ਦਾ ਕੋਈ ਸਬੰਧ ਨਹੀਂ। ਬਿਲਕੁਲ 1% ਵੀ ਕੋਈ ਸੰਬੰਧ ਨਹੀਂ। ਇਦਾਂ ਦੇ ਗਲਤ ਅਫਵਾਹਾਂ ਡਾ ਰਹੇ ਆ ਸਾਡੇ ਸੀਐਮ ਸਾਹਿਬ ਤੇ ਨਜਾਇਜ਼ ਇਹ ਜਿਹੜੇ ਦੋਸ਼ ਲਾ ਰਹੇ ਆ ਬਿਨਾਂ ਗੱਲ ਤੋਂ। ਇਦਾਂ ਦੀ ਕੋਈ ਗੱਲਬਾਤ ਨਹੀਂ। ਕੋਈ 100-150 ਕਿਸਾਨ ਸੀਗਾ, ਜ਼ਿਆਦਾ ਕਿਸਾਨ ਵੀ ਹੈ ਨਹੀਂ ਸੀ। ਇਦਾਂ ਇਹਦਾ ਇੱਕ ਬਹਾਨਾ ਬਣਾਇਆ ਉਹਨਾਂ ਨੇ ਵਾਪਸ ਜਾਣ ਦਾ। ਜਾਣਾ ਵੀ ਹੁੰਦਾ, ਮੰਨ ਲਓ ਪ੍ਰਧਾਨ ਮੰਤਰੀ ਦੇ ਕੋਈ ਜ਼ਿਆਦਾ ਅੱਗੇ ਤਾਂ ਨਹੀਂ ਸੀ, ਆਪਣੀ ਫੋਰਸ ਲਗਾ ਕੇ ਵੀ ਜਾ ਸਕਦੇ ਸੀ, ਕੋਈ ਬਾਲੀ ਵੱਡੀ ਗੱਲ ਨਹੀਂ ਗੀ। ਪ੍ਰਧਾਨ ਮੰਤਰੀ ਹੀ ਦੇਸ਼ ਦੇ, ਆਪਣੇ 10 ਮਿੰਟ ਇੱਥੋਂ ਅੱਗੇ 5 ਮਿੰਟ 7 ਮਿੰਟ ਦਾ ਰਸਤਾ ਆਰਮੀ ਦਾ, ਤੇ ਇਥੋਂ ਇੱਕ ਫੋਨ ਤੇ ਉਹਨਾਂ ਦੇ 10 ਮਿੰਟ ਜਿੰਨੀ ਮਰਜ਼ੀ ਆਰਮੀ ਇਕੱਠੀ ਕਰ ਸਕਦੇ ਸੀ ਉਹ। ਬਿਲਕੁਲ ਜੀ, ਜੇ ਗੱਲ ਕਰੀਏ ਜਿੱਥੇ ਅਸੀਂ ਖੜੇ ਆ ਇਸ ਪੁਲ ਤੋਂ ਰੈਲੀ ਦਾ ਸਥਾਨ ਮਸਾਂ 5-7 ਕਿਲੋਮੀਟਰ ਦਾ ਹੀ ਫਾਸਲਾ ਸੀ ਜਿੱਥੋਂ ਇਹ ਪ੍ਰਧਾਨ ਮੰਤਰੀ ਵਾਪਸ ਮੁੜ ਕੇ ਗਏ, ਤੇ ਇਸ ਤੋਂ ਕੋਈ ਜ਼ਿਆਦਾ ਦੂਰੀ ਦਾ ਸਮਾਂ ਨਹੀਂ ਸੀ ਅਤੇ ਕੁਝ ਵੀ ਹੋ ਸਕਦਾ ਸੀ। ਅਸੀਂ ਹੁਣ ਗੱਲ ਕਰਦੇ ਹਾਂ, ਕਿਸਾਨ ਆਗੂ ਵੀ ਇੱਥੇ ਪਹੁੰਚੇ ਹੋਏ ਆ ਜਿਨ੍ਹਾਂ ਨੇ ਇੱਥੇ ਧਰਨਾ ਲਾਇਆ ਹੋਇਆ ਸੀ, ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਅਸੀਂ ਗੱਲ ਕਰਦੇ ਹਾਂ ਜਿਹੜੀ ਜਥੇਬੰਦੀ ਨੇ ਇਹ ਕਾਫਲਾ ਰੋਕਣ 'ਚ ਅੱਗੇ ਸੰਘਰਸ਼ ਕਰ ਰਹੇ ਸੀ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੂਬਾ ਪ੍ਰਧਾਨ ਸਰਜੀਤ ਸਿੰਘ ਫੂਲ ਜੀ ਨਾਲ ਗੱਲ ਕਰਦੇ ਹਾਂ, ਉਹਨਾਂ ਦਾ ਕੀ ਕਹਿਣਾ। ਹਾਂਜੀ ਫੂਲ ਜੀ, ਆਪਣੀ ਜਥੇਬੰਦੀ ਨੇ ਕੱਲ ਸੰਘਰਸ਼ ਕਰ ਰਹੀ ਸੀ, ਜਿਹੜੀ ਘਟਨਾ ਵਾਪਰੀ ਹੈ ਇਹਦੇ ਬਾਰੇ ਥੋੜਾ ਚਾਨਣਾ ਪਾਓ ਵੀ ਕਿਵੇਂ ਵਾਪਰਿਆ ਸਭ ਕੁਝ। ਦੇਖੋ ਜੀ, ਜੇ ਸ਼ਾਰਟ 'ਚ ਕਹਿਣਾ ਹੋਵੇ ਤਾਂ ਇਹ ਕੋਈ ਸਾਡਾ ਤਾਂ ਪ੍ਰੋਗਰਾਮ ਪਲਾਨਡ ਸੀਗਾ ਵੀ ਪ੍ਰੋਟੈਸਟ ਕਰਨਾ ਡਿਸਟ੍ਰਿਕਟ ਹੈੱਡਕੁਆਟਰ ਤੇ। ਇਹ ਕੋਈ ਅਸੀਂ ਗੁਪਤ ਨਹੀਂ ਰੱਖਿਆ। ਅਸੀਂ 31 ਤਰੀਕ ਨੂੰ ਮੀਟਿੰਗ ਕਰਕੇ ਬਰਨਾਲੇ ਤਰਕਸ਼ੀਲ ਭਵਨ 'ਤੇ ਸਾਡੀ ਮੀਟਿੰਗ ਸੀ, ਉੱਥੇ ਪ੍ਰੈਸ ਕਾਨਫਰੰਸ ਕਰਕੇ ਅਸੀਂ ਪ੍ਰੈਸ ਮੀਡੀਆ ਦੇ ਵਿੱਚ ਵੀ ਸੋਸ਼ਲ ਮੀਡੀਆ 'ਚ ਜਿਹੜਾ ਦੂਜਾ ਇਲੈਕਟ੍ਰੋਨਿਕ ਮੀਡੀਆ ਸਾਰਿਆਂ 'ਚ ਅਸੀਂ ਕਹਿਤਾ ਸੀਗਾ ਵੀ 5 ਤਰੀਕ ਨੂੰ ਇੰਨੀਆਂ ਜਥੇਬੰਦੀਆਂ ਮੋਦੀ ਨੂੰ ਦੇ ਖਿਲਾਫ ਪ੍ਰੋਟੈਸਟ ਕਰਨਗੀਆਂ, ਉਹਨੂੰ ਦਿਖਾਉਣਗੀਆਂ ਵੀ ਪੰਜਾਬ ਦੇ ਕਿਸਾਨ, ਪੰਜਾਬ ਦੇ ਸਿੱਖ, ਪੰਜਾਬ ਦੇ ਨੌਜਵਾਨ ਤੇਰੇ ਤੇ ਖੁਸ਼ ਨਹੀਂ। ਇਹ ਅਸੀਂ ਕੋਈ ਗੁਪਤ ਨਹੀਂ ਸੀ ਸਾਡਾ, ਇਹ ਸਾਡਾ ਐਲਾਨੀਆਂ ਸੀਗਾ ਵੀ ਪ੍ਰੋਟੈਸਟ ਕਰਨੇ ਆ। ਪ੍ਰੋਟੈਸਟ ਇਕੱਲਾ ਇਹ ਨਹੀਂ ਸੀਗਾ ਵੀ ਰੈਲੀ ਕਰਨੀ ਆ, ਉਹਦੇ ਆਊਟਪੁੱਟ ਜਿਹੜੇ ਕੀ ਕਹਿੰਦੇ ਹੁੰਦੇ ਆ ਉਹਨਾਂ ਨੂੰ ਕੱਟ ਆਊਟ ਇਹਨਾਂ ਵਿੱਚ ਜਿਹਦੇ ਦਿਸੇ ਵੀ ਉਹਦਾ ਹਾਂ ਬਾਕੀ ਮੋਦੀ ਹੈ, ਉਹੇ ਜਿਹੇ ਆਊਟ ਕੱਟ ਬਣਾ ਕੇ ਪਹਿਲਾਂ ਉਹਨਾਂ ਨੂੰ ਇਕੱਠੇ ਹੋ ਕੇ ਘੁਮਾਵਾਂਗੇ ਉਹਨਾਂ ਨੂੰ ਸ਼ਹਿਰ 'ਚ ਵੀ ਆ ਹੈ ਜਿਹੜਾ ਆ ਰਿਹਾ ਇੱਥੇ, ਇਹ ਪਖੰਡ ਕਰਨ ਆ ਰਿਹਾ ਇੱਥੇ, ਪਰ ਇਹਨੇ ਤੁਹਾਡੇ ਵਾਅਦਿਆਂ ਤੋਂ ਮੁੱਕ ਰਿਹਾ ਇਹ। ਉਦੋਂ ਬਾਅਦ ਸਮਾਪਤੀ ਵੇਲੇ ਜਦੋਂ ਇਹ ਬੋਲੂਗਾ ਉੱਥੇ ਰੈਲੀ 'ਚ, ਉਸੇ ਟਾਈਮ ਤੇ ਅਸੀਂ ਸਾਰੇ ਜ਼ਿਲ੍ਹਾ ਹੈੱਡਕੁਆਟਰਾਂ ਤੇ ਉਹਦੇ ਪੁਤਲੇ ਫੂਕਾਂਗੇ। ਇਹ ਸਾਡਾ ਪ੍ਰੋਗਰਾਮ ਸੀਗਾ। ਜਿਹੜਾ ਪ੍ਰੋਗਰਾਮ ਸੀ ਉਹਦਾ ਪੁਤਲੇ ਫੂਕਣ ਦਾ, ਰੋਸ ਪ੍ਰਦਰਸ਼ਨ ਦਾ ਸੀ। ਫਿਰ ਜਿਹੜਾ ਇਹ ਰਸਤਾ ਪ੍ਰਧਾਨ ਮੰਤਰੀ ਦੇ ਮੁੜਨ ਦਾ ਕਾਰਨ ਇਹ ਕੀ ਬਣਿਆ? ਪ੍ਰਧਾਨ ਮੰਤਰੀ ਦੇ ਪਹਿਲੀ ਗੱਲ ਤਾਂ ਜਿਹੜਾ ਤੁਸੀਂ ਪੁੱਛੋ ਵੀ ਇੱਥੇ ਸਾਡਾ ਰੁਕਣ ਦਾ ਕਾਰਨ ਕੀ ਬਣਿਆ। ਪ੍ਰਧਾਨ ਮੰਤਰੀ ਦੇ ਯੂ ਟਰਨ ਮਰਨ ਵੱਜਣ ਤੋਂ ਪਹਿਲਾਂ ਸਾਡਾ ਰੁਕਣ ਦਾ ਕਾਰਨ ਕੀ ਬਣਿਆ? ਸਾਡਾ ਰੁਕਣ ਦਾ ਅਸੀਂ ਪਹਿਲਾਂ ਦੱਸਿਆ, ਸਾਡਾ ਜਿਹੜਾ ਇੱਥੇ ਫਿਰੋਜ਼ਪੁਰ ਜ਼ਿਲ੍ਹੇ ਵਾਲੇ ਆਉਣਾ ਸੀ, ਬਾਕੀ ਜ਼ਿਲ੍ਹੇ ਵਾਲੇ ਨੇ ਆਪਦੇ ਜ਼ਿਲ੍ਹਿਆਂ 'ਚ ਜਾਣਾ ਸੀਗਾ। ਫਿਰੋਜ਼ਪੁਰ ਜ਼ਿਲ੍ਹੇ ਵਾਲੇ ਜਿਹੜੇ ਸਾਡੇ ਸਾਰੇ ਪਿੰਡ ਆ, ਸਾਰੇ ਵਰਕਰ ਆ, ਮੀਂਹ ਪੈਂਦੇ 'ਚ ਪਹਿਲਾਂ ਸਾਨੂੰ ਐ ਸੀਗਾ ਵੀ ਇਕੱਲੇ ਹੋ ਸਕਦਾ ਨਾ ਲੰਘਣ ਦੇਣਾ ਵੀ ਨਹੀਂ ਸੀ ਇਕੱਲੇ ਨੂੰ। ਅਸੀਂ ਉੱਥੇ ਫਿਰ ਫਿਰੋਜ਼ਸ਼ਾਹ ਇਕੱਠੇ ਹੋਏ ਆ, ਸਾਡੇ ਜਿਹੜੇ ਫਿਰੋਜ਼ਪੁਰ ਜ਼ਿਲ੍ਹੇ ਵਾਲੇ ਸਾਰੇ ਪਿੰਡਾਂ ਵਾਲੇ ਲੋਕ, ਸਾਡੇ ਅਹੁਦੇਦਾਰ ਸਮੇਤ ਸਾਡਾ ਬਲਦੇਵ ਸਿੰਘ ਜੀਰਾ ਉਹਦੀ ਕਮਾਂਡ ਦੇ ਵਿੱਚ ਉੱਥੋਂ ਆਏ ਆ। ਉੱਥੋਂ ਆ ਕੇ ਸਾਨੂੰ ਐ ਸੀਗਾ ਵੀ ਆਪਾਂ ਇੱਥੋਂ ਦੀ ਜਿੱਥੇ ਵੀ ਦੂਜੀਆਂ ਬੱਸਾਂ ਲੰਘੀ ਜਾਂਦੀਆਂ ਅਸੀਂ ਲੰਘ ਕੇ ਆਪਾਂ ਫਿਰੋਜ਼ਪੁਰ ਜਾ ਵੜਾਂਗੇ, ਪਰ ਉਹਨਾਂ ਨੇ ਸਾਨੂੰ ਪਹਿਲਾਂ ਸੜਕ ਤੋਂ ਚੜ੍ਹਨ ਤੋਂ ਰੋਕਿਆ ਵੀ ਇਹ ਮੇਨ ਰੋਡ ਤੇ ਚੜ੍ਹ ਹੀ ਨਾ ਸਕਣ। ਚਲ ਉਹ ਅਸੀਂ ਉਹਨਾਂ ਦੀਆਂ ਰੋਕਾਂ ਤੋੜ ਕੇ ਲੰਘੇ, ਫਿਰ ਉਹਨਾਂ ਨੇ ਹੋਰ ਵੱਧ ਫੋਰਸ ਲਾ ਕੇ ਇੱਥੇ ਆ ਕੇ ਰੋਕਤਾ ਵੀ ਤੁਸੀਂ ਗਾਹਾਂ ਨਹੀਂ ਜਾ ਸਕੋਗੇ। ਅਸੀਂ ਪੁਲਿਸ ਵਾਲੇ ਅਸੀਂ ਕਿਹਾ ਵੀ ਅਸੀਂ ਤਾਂ ਡੀਸੀ ਦੇ ਜਾਣਾ। ਉਹਨੇ ਪੁੱਛਿਆ ਸਾਡਾ ਵੀ ਤੁਸੀਂ ਤੁਹਾਡਾ ਪ੍ਰੋਗਰਾਮ ਕੀ ਹੈ? ਅਸੀਂ ਪੁਲਿਸ ਵਾਲਿਆਂ ਨੂੰ ਵੀ ਦੱਸਿਆ ਵੀ ਸਾਡਾ ਪ੍ਰੋਗਰਾਮ ਡੀਸੀ ਦੇ ਜਾਣਾ ਹੈ। ਉਹ ਕਹਿੰਦੇ ਵੀ ਨਹੀਂ, ਤੁਸੀਂ ਉਹ ਜਿਹੜਾ ਰੈਲੀ ਵਾਲੇ ਥਾਂ ਤੇ ਜਾਓਗੇ, ਤੁਸੀਂ ਇਸ ਕਰਕੇ ਤੁਸੀਂ ਜਾ ਨਹੀਂ ਸਕਦੇ। ਉਹਨਾਂ ਨੇ ਮੂਹਰੇ ਫੋਰਸ ਲਾਤੀ। ਫਿਰ ਅਸੀਂ ਉਹ ਕਹਿੰਦੇ ਵੀ ਸਾਈਡ ਤੇ ਬਹਿ ਕੇ ਪ੍ਰੋਟੈਸਟ ਕਰ ਲਓ। ਅਸੀਂ ਕਿਹਾ ਵੀ ਸਾਈਡ ਤੇ ਕਿਉਂ ਬੈਠਾਂਗੇ? ਸਾਡੇ ਬੰਦੇ ਨੇ ਕਿਹਾ ਵੀ ਜਾਂ ਤਾਂ ਸਾਨੂੰ ਜਾਣ ਦਿਓ, ਨਹੀਂ ਇੱਥੋਂ ਦੀ ਫਿਰ ਕੋਈ ਇਸੇ ਸੜਕ ਤੇ ਬੈਠਾਂਗੇ। ਕੋਈ ਬੀਜੇਪੀ ਦੀ ਬੱਸ, ਇੱਕ ਵੀ ਬੱਸ ਜਿਹੜੀ ਬੀਜੇਪੀ ਦੀ ਨਹੀਂ ਲੰਘੂਗੀ, ਵੀ ਬੀਜੇਪੀ ਦੀਆਂ ਬੱਸਾਂ ਲੰਘੀ ਜਾਣ ਤੇ ਸਾਨੂੰ ਤੁਸੀਂ ਕਹੋ ਵੀ ਤੁਸੀਂ ਜਾ ਨਹੀਂ ਸਕਦੇ। ਜਿਹੜਾ ਆਪਣਾ ਤਾਂ ਡੀਸੀ ਦਫ਼ਤਰ ਮੂਹਰੇ ਜਾ ਕੇ ਰੋਸ ਪ੍ਰਦਰਸ਼ਨ ਕਰਨ ਸੀ, ਪੁਲਿਸ ਨੇ ਸਾਨੂੰ ਰੋਕਿਆ ਤੇ ਅਸੀਂ ਇੱਥੇ ਧਰਨਾ ਲਾਤਾ, ਉਹਦੇ ਕਰਕੇ ਸਾਰਾ ਵਿਘਨ ਪਿਆ। ਹਾਂਜੀ, ਠੀਕ ਹੈ ਜੀ। ਜੋ ਕੁਛ ਹੋਇਆ, ਕਾਫੀ ਜਥੇਬੰਦੀਆਂ ਸੀ, ਲੇਕਿਨ ਸੀਐਮ ਸਾਹਿਬ ਕਹਿ ਰਹੇ ਸੀ ਵੀ ਜਿਹੜਾ ਜਥੇਬੰਦੀਆਂ ਨਾਲ ਗੱਲਬਾਤ ਹੋ ਗਈ ਸੀ, ਅਜਿਹਾ ਕੋਈ ਪ੍ਰਦਰਸ਼ਨ ਹੋਣ ਦਾ ਕੋਈ ਨਹੀਂ ਸੀ ਪ੍ਰੋਗਰਾਮ। ਕੀ ਇਹ 'ਚ ਸੱਚਾਈ ਹੈ? ਦੇਖੋ ਜੀ, ਪਹਿਲੀ ਗੱਲ ਤਾਂ ਗੱਲਬਾਤ ਸਾਡੀ ਜਥੇਬੰਦੀ ਦੇ ਨਾਲ ਨਾ ਜਿਹੜਾ ਮੋਦੀ ਦੇ ਨਾਲ ਕੋਈ ਆਇਆ ਸੀ ਅਮਲਾ ਫੈਲਾ, ਉਹਦੀ ਗੱਲਬਾਤ ਹੋਈ ਆ, ਨਾ ਚੰਨੀ ਦੀ ਗੱਲਬਾਤ ਹੋਈ ਆ, ਨਾ ਇੱਥੋਂ ਦੇ ਕੋਈ ਜ਼ਿਲ੍ਹਾ ਪ੍ਰਸ਼ਾਸਨ ਨਾਲ ਗੱਲਬਾਤ ਹੋਈ ਆ ਵੀ ਤੁਹਾਡੀ ਸਰਕਾਰ ਨਾਲ ਮੀਟਿੰਗ ਕਰਾ ਦਿੰਦੇ, ਕਿਸੇ ਨਾਲ ਨਹੀਂ ਹੋਈ। ਠੀਕ ਆ, ਉਹ ਇੱਕ ਜਥੇਬੰਦੀ ਨਾਲ ਹੋਈ ਹੈ, ਪਰਨੂ ਪਧੇਰ ਵਾਲੀ ਜਥੇਬੰਦੀ ਨਾਲ। ਉਹਨਾਂ ਨੇ ਉਸ ਤੋਂ ਬਾਅਦ ਆਪਦਾ ਜਿਹੜਾ ਪਹਿਲਾਂ ਰਾਤ ਨੂੰ ਉਹਨਾਂ ਨੇ ਰੋਕਤੀ ਸੀਗੀਆਂ, ਉਸ ਤੋਂ ਬਾਅਦ ਅਗਲੇ ਦਿਨ ਫਿਰ ਉਹਨਾਂ ਨੇ ਕਿਹਾ ਵੀ ਅਸੀਂ ਰੈਲੀ 'ਚ ਜਾਣ ਤੋਂ ਕਿਸੇ ਨੂੰ ਨਹੀਂ ਰੋਕਾਂਗੇ। ਪਰ ਸਾਡੇ ਨਾਲ ਕੋਈ ਗੱਲਬਾਤ ਨਹੀਂ ਹੋਈ।
ਜੇ ਸਾਡੇ ਨਾਲ ਗੱਲਬਾਤ ਹੋਈ ਹੁੰਦੀ ਫੇਰ ਆਹ ਇੱਥੇ ਕਿਉਂ ਰੋਕਦੇ ਕਿਉਂ ਪੁਲਿਸ ਵਾਲੇ? ਫਿਰ ਤਾਂ ਇਹੀ ਹੋਣੀ ਸੀ ਨਾ ਗੱਲਬਾਤ ਵੀ ਭਾਈ ਤੁਸੀਂ ਰੈਲੀ 'ਚ ਨਾ ਵਿਘਨ ਪਾਓ, ਉੱਥੇ ਤੁਸੀਂ ਆਪਦਾ ਡੀਸੀ ਦੇ ਜਾ ਕੇ ਕਰ ਲਓ। ਡੀਸੀ ਦੇ ਜਾਣ ਦੇ ਸਾਨੂੰ ਇਜਾਜ਼ਤ ਦੇ ਦਿੰਦੇ, ਨਾ ਉਹ ਜਿਹੜੇ ਉਧਰੋਂ ਗੁਰੂ ਹਰਸਾਏ ਨੂੰ ਆਉਂਦੇ ਨਾ ਉਹਨਾਂ ਨੂੰ ਰੋਕਿਆ ਹੁੰਦਾ। ਇਹਦਾ ਮਤਲਬ ਇਹ ਹੈ ਵੀ ਜਿਹੜਾ ਪ੍ਰਧਾਨ ਮੰਤਰੀ ਸਾਹਿਬ ਨੂੰ ਰੋਕਣ ਦਾ ਕੋਈ ਪ੍ਰੋਗਰਾਮ ਯੋਜਨਾਬੱਧ ਨਹੀਂ ਸੀ, ਇਹ ਕੁਦਰਤੀ ਹੈ। ਬਿਲਕੁਲ ਜੀ, ਸਾਡੀ ਕੋਈ ਯੋਜਨਾ ਨਹੀਂ ਸੀ। ਮਤਲਬ ਯੋਜਨਾ ਤਾਂ ਬਣਾਉਂਦੇ ਨਾ ਵੀ ਜੇ ਸਾਨੂੰ ਪਤਾ ਹੁੰਦਾ ਵੀ ਇੱਥੋਂ ਦੀ ਆ ਰਿਹਾ। ਇਹ ਤਾਂ ਸਾਰੀ ਸਰਕਾਰ ਨੂੰ ਵੀ ਨਹੀਂ ਪਤਾ ਸੀਗਾ। 4 ਤਰੀਕ ਨੂੰ ਰਾਤ ਤੱਕ ਕਿਵੇਂ 5 ਤੱਕ ਕਹਿ ਸਕਦਾ, 5 ਨੂੰ ਸਵੇਰ ਤੱਕ ਜਦੋਂ ਬਠਿੰਡੇ ਆ ਗਿਆ ਉਦੋਂ ਤੱਕ ਕਿਸੇ ਨੂੰ ਨਹੀਂ ਪਤਾ ਸੀਗਾ ਵੀ ਉਹ ਰੋਡ ਆ ਰਿਹਾ ਜਾਂ 에ਅਰ ਆ ਰਿਹਾ। ਸਾਰਿਆਂ ਦੇ ਆਏ ਸੀ ਵੀ ਬਾਈ 에ਅਰ ਆ ਰਿਹਾ। ਇਸ ਕਰਕੇ ਜਿਹੜੀ ਇਹ ਸਾਡਾ ਕੋਈ ਮਿਸਕੇ ਨਹੀਂ ਕੀਤਾ। ਜਿਹੜੀ ਇਹ ਗੜਬੜ ਹੋਈ ਹੈ ਸਾਰਾ ਉਹਦੀ ਜੂ ਟਰਨ ਵੱਜੀ ਹੈ, ਉਹ ਸਾਰੀ ਜਿਹੜੀ ਇਹ ਰੂਟ ਚੇਂਜ ਹੋਇਆ ਤੇ ਮੌਕੇ ਤੇ ਕੋਈ ਉਹ ਸਾਰਿਆਂ ਨੂੰ ਉਠਾ ਵੀ ਨਹੀਂ ਸਕੇ। ਨਹੀਂ ਤਾਂ ਹੁਣ ਜੇ ਸਾਨੂੰ ਤੜਕੇ ਦੱਸਿਆ ਹੁੰਦਾ, ਤੜਕੇ ਸਾਨੂੰ ਇਹ ਕਿਹਾ ਗਿਆ ਵੀ ਭਾਈ ਤੁਸੀਂ ਰੈਲੀ ਵਾਲੀ ਥਾਂ ਤੇ ਨਹੀਂ ਜਾਓ, ਕਿਸੇ ਹੋਰ ਪਾਸੇ ਦੀ ਜਾ ਵੜੋ ਤੁਸੀਂ। ਫਿਰ ਸਾਨੂੰ ਐਂ ਕਹਿੰਦੇ ਵੀ ਭਾਈ ਪ੍ਰਧਾਨ ਮੰਤਰੀ ਨੇ ਲੰਘਣਾ ਵੀ ਤੁਸੀਂ ਇਸ ਕਰਕੇ ਸੜਕ ਖਾਲੀ ਕਰ ਦਿਓ। ਸਾਨੂੰ ਕਿਹਾ ਹੀ ਨਹੀਂ, ਇਹ ਕਿਸੇ ਨੇ ਨਹੀਂ ਕਿਹਾ। ਪ੍ਰਧਾਨ ਮੰਤਰੀ ਜੇ ਤੁਹਾਨੂੰ ਪਤਾ ਹੁੰਦਾ ਪ੍ਰਧਾਨ ਮੰਤਰੀ ਮਗਰੋਂ ਕਿਹਾ ਜਾ ਕੇ ਲਗਭਗ ਜਦੋਂ ਸਾਨੂੰ ਬੈਠਿਆਂ ਨੂੰ 1.5-2 ਘੰਟੇ ਹੋ ਗਏ ਸੀ, ਫੇਰ ਕਿਹਾ ਵੀ ਭਾਈ ਹੁਣ ਤੁਸੀਂ ਸੜਕ ਖਾਲੀ ਕਰ ਦਿਓ ਕਿਉਂਕਿ ਪ੍ਰਧਾਨ ਮੰਤਰੀ ਆ ਰਿਹਾ। ਸਾਨੂੰ ਐ ਸੀਗਾ ਜੇ ਪ੍ਰਧਾਨ ਮੰਤਰੀ ਨੇ ਇੱਧਰ ਦੀ ਆਉਣਾ ਹੁੰਦਾ ਤਾਂ ਤੜਕੇ ਪਤਾ ਹੋਣਾ ਸੀ ਇਹਨਾਂ ਨੂੰ। ਐ ਮੌਕੇ ਤੇ ਘੰਟਾ ਪਹਿਲਾਂ ਥੋੜਾ ਪ੍ਰਧਾਨ ਮੰਤਰੀ ਦਾ ਪ੍ਰੋਗਰਾਮ ਬਣਦਾ। ਤੁਸੀਂ ਇਹਨਾਂ ਸ਼ਬਦਾਂ ਨੂੰ ਕੀ ਸਮਝਿਆ, ਉਹਨਾਂ ਦੇ ਇਹਨਾਂ ਬਚਨਾਂ ਨੂੰ, ਇਹਨਾਂ ਬੋਲਣ ਪੁਲਿਸ ਵਾਲਿਆਂ ਦੇ ਬਚਨਾਂ ਨੂੰ ਅਸੀਂ ਐਂ ਸਮਝਿਆ ਵੀ ਸਾਡੇ ਨਾਲ ਇਹ ਚਾਲ ਖੇਡਦੇ ਆ ਵੀ ਸਾਡੀ ਸੜਕ ਖਾਲੀ ਕਰਵਾ ਕੇ ਇਹ ਬੀਜੇਪੀ ਵਾਲੀਆਂ ਬੱਸਾਂ ਲਗਾਉਣਾ ਚਾਹੁੰਦੇ। ਅਸੀਂ ਇਹੀ ਸਮਝਿਆ ਪ੍ਰਧਾਨ ਮੰਤਰੀ ਦਾ ਬਹਾਨਾ ਲਾ ਕੇ ਇਹ ਬੀਜੇਪੀ ਦੀਆਂ ਬੱਸਾਂ ਵਾਲਿਆਂ ਨੂੰ ਲਗਾਉਣਾ ਚਾਹੁੰਦੇ ਆ। ਬੱਸਾਂ ਉਧਰੋਂ ਖੁਸ਼ ਹੋਣਾ ਚਾਹੁੰਦੇ ਵੀ ਹਾਂ ਅਸੀਂ ਲੰਘਾਤੀਆਂ, ਪਰ ਸਾਡੇ ਕਿਸਾਨ ਅੜ ਗਏ। ਇੱਥੋਂ ਤੱਕ ਕਰਕੇ ਬਲਦੇਵ ਸਿੰਘ ਤੇ ਉਦੋਂ ਹਾਲਤ ਜਿਹੜੀ ਤੁਸੀਂ ਸੁਣੀ ਹੋਣੀ ਹੈ, ਥੱਲੇ ਕਹਿ ਰਹੇ ਸੀਗੇ ਵੀ ਬਲਦੇਵ ਸਿੰਘ ਇਹਨਾਂ ਦੀਆਂ ਗੱਲਾਂ 'ਚ ਨਾ ਜੀ ਕਿਤੇ ਤੂੰ ਕਹਿ ਦੇ ਵੀ ਚਲੋ ਆਪਾਂ ਕਰ ਦਿਓ ਸੜਕ ਖਾਲੀ। ਸਾਡਾ ਤੇਰੇ ਤੇ ਰੱਬ ਜਿੰਨਾ ਵਿਸ਼ਵਾਸ ਹੈ, ਕਿਤੇ ਸਾਡਾ ਵਿਸ਼ਵਾਸ ਨਾ ਤੋੜਦੀ। ਉਹਨੇ ਕਿਹਾ ਵੀ ਠੀਕ ਆ, ਮੈਨੂੰ ਗੋਲੀ ਵੱਜ ਜੇ ਭਾਵੇਂ, ਮੈਂ ਜੋ ਤੁਸੀਂ ਕਹੋਗੇ ਉਹੀ ਕਰੂੰ। ਜੇ ਤੁਸੀਂ ਕਹੋਗੇ ਨਾ ਵੀ ਨਹੀਂ ਬੱਸਾਂ ਛੱਡਣੀਆਂ, ਨਹੀਂ ਸੜਕ ਛੱਡਣੀ, ਮੈਂ ਨਹੀਂ ਐਲਾਨ ਕਰੂੰਗਾ। ਇਸ ਕਰਕੇ ਇੰਨਾ ਤਾਂ ਉਹ ਫਸ ਕੇ ਤਾਂ ਗੱਲ ਹੋਈ ਹੈ। ਤੁਹਾਨੂੰ ਕਿੱਦਾਂ ਲੱਗਦਾ ਵੀ ਖੁਸ਼ੀ ਆ ਜਾਂ ਗਮ ਆ ਜਿਹੜਾ ਪ੍ਰੋਗਰਾਮ ਮੋਦੀ ਦਾ ਜਿਹੜਾ ਲੋਕਾਂ ਨੂੰ ਸੰਬੋਧਨ ਕਰਨਾ ਸੀ ਉਹ ਨਹੀਂ ਹੋ ਸਕਿਆ? ਦੇਖੋ ਜੀ, ਸਾਡੇ ਹਿਸਾਬ ਨਾਲ ਤਾਂ ਜੇ ਉਹ ਆ ਜਾਂਦਾ ਨਾ ਇੱਥੇ ਰੈਲੀ ਵਾਲੀ ਥਾਂ ਤੇ ਉਵੇਂ ਬਾਈ ਜਹਾਜ਼ ਤੇ ਇੱਥੇ ਉਤਰਦਾ ਉਸ ਰੈਲੀ ਵਾਲੀ ਥਾਂ ਤੇ ਜਿੱਥੇ ਹੈਲੀਪੈਡ ਬਣਿਆ ਸੀ, ਉਸ ਤੋਂ ਬਾਅਦ 70,000 ਕੁਰਸੀਆਂ ਨੂੰ ਖਾਲੀ ਕੁਰਸੀਆਂ ਨੂੰ ਸੰਬੋਧਨ ਕਰਦਾ, ਸਾਡੇ ਹਿਸਾਬ ਨਾਲ ਤਾਂ ਇਹ ਹੋ ਜਾਂਦਾ ਬਹੁਤ ਵਧੀਆ ਹੋਣਾ ਸੀਗਾ। ਜੇ ਇਹ ਨਹੀਂ ਹੋਇਆ, ਸਾਡੇ ਹਿਸਾਬ ਨਾਲ ਕਾਰਨ ਕਿਸ ਕਰਕੇ ਨਹੀਂ ਹੋਇਆ, ਸਾਡੇ ਹਿਸਾਬ ਨਾਲ ਇਹ ਸਗਾ ਤੋਂ ਹੋ ਜਾਂਦਾ ਉਹ ਖਾਲੀ ਕੁਰਸੀਆਂ ਨੂੰ ਜਿਵੇਂ ਕੈਪਟਨ ਨੇ ਸੰਬੋਧਨ ਕੀਤਾ ਉਹ ਵੀ ਸੰਬੋਧਨ ਕਰ ਲੈਂਦਾ ਤਾਂ ਵਧੀਆ ਹੋਣਾ ਸੀ, ਫਿਰ ਜ਼ਿਆਦਾ ਮਜ਼ਾ ਆਉਣਾ ਸੀ। ਜ਼ਿਆਦਾ ਮਜ਼ਾ ਆਉਣਾ ਸੀ। ਬਿਲਕੁਲ ਜੀ, ਜਿਹੜਾ ਭਾਰਤੀ ਕਿਸਾਨ ਯੂਨੀਅਨ ਦਾ ਆਗੂਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਜਿਹੜਾ ਇਹ ਕੁਝ ਵਾਪਰਿਆ ਉਹ ਕੁਦਰਤੀ ਵਾਪਰਿਆ, ਉਹਨਾਂ ਜਾਣਬੁੱਝ ਕੇ ਨਹੀਂ ਕੀਤਾ। ਲੇਕਿਨ ਜੇ ਉਹ ਖਾਲੀ ਕੁਰਸੀਆਂ ਨੂੰ ਬਿਆਨ ਕਰਦੇ ਤਾਂ ਇਹ ਬਹੁਤ ਵਧੀਆ ਹੋਣਾ ਸੀ। ਇੱਕ ਮਿੰਟ ਅਸੀਂ ਗੱਲ ਕਰਦੇ ਹਾਂ ਸਾਡੇ ਹਲਕਾ ਵਿਧਾਇਕ ਪ੍ਰਮੁੱਖ ਸਿੰਘ ਪਿੰਕੀ ਜੀ, ਉਹਨਾਂ ਦਾ ਕੀ ਕਹਿਣਾ ਜਿਹੜਾ ਕੱਲ ਮੋਦੀ ਜੀ ਦਾ ਵਾਪਸ ਮੁੜਨਾ ਸੀ ਅਤੇ ਕਾਂਗਰਸ ਤੇ ਭਾਜਪਾ ਵੱਲੋਂ ਦੋਸ਼ ਲਗਾਏ ਜਾ ਰਹੇ ਨੇ। ਦੇਖੋ ਗੱਲ ਇਹ ਹੈ ਕਿ ਪ੍ਰਧਾਨ ਮੰਤਰੀ ਜੀ ਨੇ ਫਿਰੋਜ਼ਪੁਰ ਆਉਣਾ ਸੀਗਾ, ਉਹਦੇ ਵਿੱਚ ਭਾਜਪਾ ਵਾਲਿਆਂ ਦੇ ਬੰਦੇ ਇਕੱਠੇ ਨਹੀਂ ਹੋਏ ਸੀਗੇ। ਰੈਲੀ ਜਿਹੜੀ ਸੀਗੀ ਬਿਲਕੁਲ ਖਾਲੀ ਸੀਗੀ ਉਹਨਾਂ ਦੀ। ਉਹਦੇ ਉੱਪਰ ਕੋਈ ਟੈਂਟ ਵਗੈਰਾ ਵੀ ਨਹੀਂ ਲਗਾਇਆ ਸੀਗਾ। ਵਾਟਰਪ੍ਰੂਫਿੰਗ ਟੈਂਟ ਲਾਉਣਾ ਚਾਹੀਦਾ। ਜਦੋਂ ਵੈਦਰ ਕਾਸਟ ਕਹਿ ਰਿਹਾ ਸਾਰਿਆਂ ਨੂੰ ਕਿ ਜੀ 100% ਮੀਂਹ ਹੈ ਤਾਂ ਕਿਉਂ ਨਹੀਂ ਦੇਖਿਆ ਇਹਨਾਂ ਨੂੰ? ਬੜੀ ਵੱਡੀ ਇਹਨਾਂ ਦੀ ਗਲਤੀ ਸੀਗੀ। ਉੱਥੇ ਲੋਕ ਇਕੱਠੇ ਨਹੀਂ ਸੀ। ਉਹਦੇ ਨਾਲ ਹੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜਿਹੜਾ ਸਟੇਟ ਦਾ ਫੰਕਸ਼ਨ ਸੀ ਉੱਤੇ ਵਾਟਰਪ੍ਰੂਫਿੰਗ ਲੱਗੀ ਹੋਈ ਸੀਗੀ। ਦੂਸਰੀ ਗੱਲ ਇਹ ਹੈ ਕਿ ਜਿਹੜੀ ਤੁਸੀਂ ਚੂਕ ਦੀ ਗੱਲ ਕਰ ਰਹੇ ਹੋ ਕਿ ਜਿੱਥੇ ਕਿਤੇ ਪ੍ਰਧਾਨ ਮੰਤਰੀ ਜੀ ਆ ਰਹੇ ਸੀਗੇ, ਬਾਈ ਰੋਡ ਆ ਰਹੇ ਸੀਗੇ, ਉੱਥੇ ਜਿਹੜੇ ਹੈ ਸਿਕਿਉਰਿਟੀ ਅਰੇਂਜਮੈਂਟਸ ਨਾ ਦੇਖਣੇ ਚਾਹੀਦੇ ਸੀ, ਉਹਨਾਂ ਨੂੰ ਅਲਟਰਨੇਟਿਵ ਰੂਟ ਦੇਣਾ ਚਾਹੀਦਾ ਸੀ। ਇਸ ਕਰਕੇ ਪ੍ਰਧਾਨ ਮੰਤਰੀ ਕਿਸੇ ਇੱਕ ਵੀ ਪਾਰਟੀ ਦੇ ਨਹੀਂ ਹੁੰਦੇ। ਪ੍ਰਧਾਨ ਮੰਤਰੀ ਜਿਹੜੇ ਹੁੰਦੇ ਨੇ ਕੰਟਰੀ ਦੇ ਹੁੰਦੇ ਨੇ। ਇਟਸ ਇੰਸਟੀਟਿਊਸ਼ਨ। ਜਿਹੜਾ ਮੈਂ ਸਮਝਦਾ ਹੈ ਕਿ ਇਹ ਬੜੀ ਵੱਡੀ ਗਲਤੀ ਹੋਈ ਹੈ। ਡੀਜੀਪੀ ਸਾਹਿਬ ਨੂੰ ਨਾਲ ਦੀ ਨਾਲ ਹੀ ਸਸਪੈਂਡ ਕਰ ਦੇਣਾ ਚਾਹੀਦਾ। ਇਹਨਾਂ ਦਾ ਕਹਿਣਾ ਹੈ ਕਿ ਯੋਜਨਾਬੰਦ ਸੀ ਕਿ ਇੱਕ ਕੁਦਰਤੀ ਹੋਣਾ। ਕਹਿਣਾ ਕਾਂਗਰਸ ਨੇ ਯੋਜਨਾਬੰਦੀ ਨਾਲ ਕਰਵਾਇਆ ਇਹ। ਦੇਖੋ ਯੋਜਨਾਬੰਦੀ ਵਾਲੀ ਕੋਈ ਗੱਲ ਹੀ ਨਹੀਂ ਹੈ। ਇੱਕ ਤਾਂ ਮੀਂਹ ਪੈ ਰਿਹਾ ਸੀਗਾ, ਰੱਬ ਦੀ ਕਰੋਪੀ ਸੀਗੀ। ਦੂਜਾ ਇਹ ਸੀਗਾ ਕਿ ਜਿਹੜਾ ਇਹ ਕੰਮ ਹੋਇਆ ਇਹ ਸਿਕਿਉਰਿਟੀ ਲੈਪਸ ਹੋਇਆ। ਜਿਹੜਾ ਸਿਕਿਉਰਿਟੀ ਲੈਪਸ ਹੋਇਆ ਉਹ ਡੀਜੀਪੀ ਦਾ ਬਣਦਾ, ਕਿਉਂਕਿ ਸਾਡੀ ਬਲੂ ਬੁੱਕ ਵੀ ਇਹੀ ਕਹਿੰਦੀ ਹੈ। ਤੁਸੀਂ ਸਰਕਾਰ ਨੂੰ ਆਪਣੀ ਨੂੰ ਕਹੋਗੇ ਕਿ ਡੀਜੀਪੀ ਖਿਲਾਫ ਕਾਰਵਾਈ ਕਰੇ? ਔਰ ਪਹਿਲਾਂ ਤੋਂ ਕਹਿ ਰਹੇ ਹਾਂ, ਕਿਉਂ ਨਹੀਂ ਕਹਿਣਾ? ਜੇ ਅਗਰ ਦੇਸ਼ ਦੇ ਪ੍ਰਧਾਨ ਮੰਤਰੀ ਦਾ ਇੱਜ਼ਤ ਮਾਨ ਨਹੀਂ ਕਰਾਂਗਾ ਮੈਂ, ਉੱਥੇ ਨਰਿੰਦਰ ਮੋਦੀ ਨਹੀਂ ਆਏ ਸੀ, ਉੱਥੇ ਦੇਸ਼ ਦੇ ਪ੍ਰਧਾਨ ਮੰਤਰੀ ਆਏ ਸੀ। ਇੰਸਟੀਟਿਊਸ਼ਨ ਹੈ ਇਹ। ਜੇ ਮੈਂ ਨਹੀਂ ਕਹਾਂਗਾ ਤਾਂ ਕੌਣ ਕਹੇਗਾ? ਮੈਂ ਤਾਂ ਜਿਹੜੀ ਗੱਲ ਹੁੰਦੀ ਹੈ ਬਾਰਡਰ ਤੇ ਵੀ ਕੋਈ ਗਲਤ ਗੱਲ ਹੁੰਦੀ ਤਾਂ ਮੈਂ ਲੜਾਈ ਲੜਦਾ, ਸੱਚ ਦੀ ਗੱਲ।
ਇਹ ਜਿਹੜੀਆਂ ਚੀਜ਼ਾਂ ਹੈਗੀਆਂ ਸਾਨੂੰ ਛੋਟੀਆਂ ਚੀਜ਼ਾਂ 'ਚ ਨਹੀਂ ਪੈਣਾ ਚਾਹੀਦਾ। ਇਸ ਕਰਕੇ ਮੈਂ ਤਾਂ ਡਿਪਟੀ ਚੀਫ ਮਿਨਿਸਟਰ ਨੂੰ ਵੀ ਕਿਹਾ ਵੀ ਤੁਹਾਡੇ ਕੋਲ ਪੋਰਟਫੋਲੀਓ ਸੀ, ਤੁਹਾਨੂੰ ਵੀ ਰਿਵਿਊ ਕਰਨਾ ਚਾਹੀਦਾ ਸੀ। ਇਹ ਸਾਡੀ ਸਰਕਾਰ ਦੀ ਬਦਨਾਮੀ ਹੋ ਰਹੀ ਹੈ, ਕਿਉਂ ਹੋਣੀ ਚਾਹੀਦੀ ਹੈ? ਸਾਡਾ ਫਰਜ਼ ਬਣਦਾ ਹੈ। ਇਸ ਕਰਕੇ ਅਸੀਂ ਇਹ 'ਚ ਕਮੇਟੀ ਬਣਾ ਰਹੇ ਹਾਂ, ਹੋਰ ਬਣਾ ਰਹੇ ਹਾਂ। ਕਹਿੰਦੇ ਜੀ ਐਸਐਸਪੀ ਫਰੀਦਕੋਟ ਸਸਪੈਂਡ ਕਰ ਦਿਓ, ਐਸਐਸਪੀ ਫਿਰੋਜ਼ਪੁਰ ਸਸਪੈਂਡ ਕਰ ਦਿਓ। ਕਿਉਂ ਕਰ ਦਿਓ? ਜਿਹਦਾ ਕਸੂਰ ਆ ਉਹਨੂੰ ਕਰਨਾ ਚਾਹੀਦਾ। ਮੈਂ ਪੁੱਛਣਾ ਚਾਹੁੰਦਾ ਕਿ ਬਲੂ ਬੁੱਕ ਕਹਿੰਦੀ ਹੈ ਕਿ ਜੇ ਇੱਕ ਹਫ਼ਤਾ ਪਹਿਲਾਂ ਪ੍ਰੋਗਰਾਮ ਆ ਗਿਆ ਸੀਗਾ, ਟੈਂਟੇਟਿਵ ਪ੍ਰੋਗਰਾਮ ਆ ਗਿਆ ਸੀ, ਇਹਨਾਂ ਨੇ ਉਸ ਪ੍ਰੋਗਰਾਮ ਨੂੰ ਇੱਥੇ ਆ ਕੇ ਬੈਠੇ ਕਿਉਂ ਨਹੀਂ, ਕੈਂਪ ਕਿਉਂ ਨਹੀਂ ਕੀਤਾ? ਜਿਹੜਾ ਵੀ ਰਿਸਪੌਂਸੀਬਲ ਹੈ ਉਹ ਉਹਦੇ 'ਚ ਟੰਗਿਆ ਜਾਏਗਾ। ਤੁਹਾਨੂੰ ਕੀ ਲੱਗਦਾ ਇਹ ਪ੍ਰੋਗਰਾਮ ਮਾੜਾ ਹੋਇਆ, ਚੰਗਾ ਹੋਇਆ? ਕੀ ਕਹਿਣਾ ਤੁਹਾਡਾ ਇਸ ਸੰਬੰਧੀ? ਦੇਖੋ, ਮੈਂ ਕਿੰਤੂ ਪਰੰਤੂ 'ਚ ਨਹੀਂ ਪੈਂਦਾ। ਦੇਖੋ, ਦੇਸ਼ ਦੇ ਪ੍ਰਧਾਨ ਮੰਤਰੀ ਸੀ ਮੈਂ ਬੀਜੇਪੀ ਵਾਲਿਆਂ ਨੂੰ ਵੀ ਕਹੂੰਗਾ ਵੀ ਇਹਨੂੰ ਤੁੱਲ ਨਹੀਂ ਦੇਣੀ ਚਾਹੀਦੀ। ਇਹ ਗੱਲ ਸਿਕਿਉਰਿਟੀ ਦੀ ਹੈ। ਇਸ ਕਰਕੇ ਜਿਹੜੀ ਇਹ ਸਿਕਿਉਰਿਟੀ ਏਜੰਸੀਜ਼ ਦੇਖ ਰਹੀਆਂ ਹੈਗੀਆਂ, ਉਹਦੇ ਵਾਸਤੇ ਮੈਂ ਫਿਰ ਕਹਾਂਗਾ ਕਿ ਡੀਜੀਪੀ ਦਾ ਕਸੂਰ ਹੈ, ਉਹਨਾਂ ਨੂੰ ਹੁਣ ਤੱਕ ਸਸਪੈਂਡ ਕਰ ਦੇਣਾ ਚਾਹੀਦਾ। ਇਹ ਤਾਂ ਕਿਸਾਨ ਸੀ ਨਾ, ਇਹ ਕਾਂਗਰਸੀ ਤਾਂ ਨਹੀਂ ਸੀ। ਇਹ ਕੀ ਹੈ? ਕਾਂਗਰਸੀ ਕਹਿ ਰਹੇ ਆ। ਦੇਖੋ, ਕਹਿਣ ਨੂੰ ਕੋਈ ਜੋ ਮਰਜ਼ੀ ਝੂਠ ਬੋਲਦੇ ਨੇ। ਕਿਸਾਨ ਸੀ, ਕਿਸਾਨਾਂ ਦਾ ਫਰਜ਼ ਬਣਦਾ ਹੈ ਵਿਰੋਧ ਕਰਨਾ। ਜੇ ਉਹਨਾਂ ਦੇ ਮਨ ਦੇ ਵਿੱਚ, ਦੇਖੋ ਡੈਮੋਕ੍ਰੇਸੀ ਦੇ ਵਿੱਚ ਹਰੇਕ ਦਾ ਫਰਜ਼ ਬਣਦਾ ਵਿਰੋਧ ਕਰਨਾ। ਜੇ ਕਿਸਾਨ ਵਿਰੋਧ ਕਰ ਰਹੇ ਸੀ ਤਾਂ ਕਰ ਰਹੇ ਸੀ, ਉਹ ਇਹਨਾਂ ਨੂੰ ਦੇਖਣਾ ਚਾਹੀਦਾ ਸੀ। ਕਿਸਾਨ ਵਿਰੋਧ ਕਰ ਰਹੇ ਸੀ। ਕਿਸਾਨ ਸਾਡੇ ਕਿਸਾਨ ਨੇ, ਪੰਜਾਬ ਦੇ ਕਿਸਾਨ ਨੇ। ਕਹਿਣ ਦਾ ਮਤਲਬ ਇਹ ਹੈ ਸਾਡੇ ਪੰਜਾਬ ਦੇ ਕਿਸਾਨ ਨੇ। ਜੇ ਉਹ ਵਿਰੋਧ ਕਰ ਰਹੇ ਸੀ ਤਾਂ ਇਹਨਾਂ ਨੂੰ ਦੇਖਣਾ ਚਾਹੀਦਾ ਸੀ। ਕਿਸਾਨਾਂ ਦਾ ਗੁੱਸਾ ਜਾਇਜ਼ ਸੀ, ਪਰ ਸਿਕਿਉਰਿਟੀ ਲੈਪਸ ਹੋਇਆ ਹੈ, ਉਹਨੂੰ ਕਿੱਥੇ ਕਹਿ ਦੋਗੇ ਤੁਸੀਂ? ਬਿਲਕੁਲ ਜੀ। ਔਰ ਐਮਐਲਏ ਸਾਹਿਬ ਦਾ ਕਹਿਣਾ ਹੈ ਕਿ ਇਹ ਕਿਤੇ ਨਾ ਕਿਤੇ ਸਿਕਿਉਰਿਟੀ ਲੈਪ ਹੋਇਆ ਹੈ। ਇਸ ਕਰਕੇ ਇਹ ਦੇਸ਼ ਦੇ ਪ੍ਰਧਾਨ ਮੰਤਰੀ ਸੀ, ਉਹਨਾਂ ਦੀ ਸਿਕਿਉਰਿਟੀ ਦੀ ਜਤਾਈ ਨਹੀਂ ਹੋਣੀ ਚਾਹੀਦੀ ਸੀ। ਅਸੀਂ ਉਸ ਸਥਾਨ ਤੇ ਪਹੁੰਚੇ ਹੋਏ ਹਾਂ ਜਿੱਥੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵਾਪਸ ਗਏ ਸੀ। ਲੋਕਾਂ ਦਾ ਕਹਿਣਾ ਹੈ ਕੁਦਰਤੀ ਹੈ, ਕਿਸਾਨ ਜਥੇਬੰਦੀਆਂ ਦਾ ਵੀ ਕਹਿਣਾ ਕੁਦਰਤੀ ਹੈ, ਅਤੇ ਜਿਹੜੇ ਸਾਡੇ ਹਲਕਾ ਵਿਧਾਇਕ ਪਰਮਿੰਦਰ ਸਿੰਘ ਪੁੰਚੀ ਜੀ ਕਾਂਗਰਸ ਦੇ ਵਿਧਾਇਕ, ਉਹਨਾਂ ਦਾ ਕਹਿਣਾ ਹੈ ਕਿ ਇਹ ਕਿਤੇ ਨਾ ਕਿਤੇ ਜਿਹੜੀ ਉਹ ਸੁਰੱਖਿਆ ਪੱਖ ਚੂਕ ਹੈਗੀ ਆ। ਇਸ ਕਰਕੇ ਉਹਦੀ ਜਾਂਚ ਹੋ ਕੇ ਕਾਰਵਾਈ ਹੋਣੀ ਬਣਦੀ ਹੈ। ਆਪਾਂ ਗੱਲ ਕਰਦੇ ਹਾਂ ਜਿਹੜਾ ਪੀਐਮ ਸਾਹਿਬ ਦਾ ਜਿਹੜਾ ਦੌਰਾ ਰੱਦ ਹੋਇਆ, ਉਸ ਨੂੰ ਲੈ ਕੇ ਜਿਹੜੇ ਭਾਜਪਾ 'ਚ ਆਮ ਲੋਕਾਂ 'ਚ ਨਿਰਾਸ਼ਾ ਪਾਇਆ ਜਾਈ ਜਾ ਰਹੀ ਹੈ। ਜਿਹੜੇ ਹਲਕਾ ਇੰਚਾਰਜ ਸੀਗੇ, ਜਿਹੜੇ ਰੈਲੀ ਦੇ ਪ੍ਰਬੰਧਕ ਸੀਗੇ, ਰਾਣਾ ਗੁਰਮੀਤ ਸਿੰਘ ਸੋਢੀ ਸਾਬਕਾ ਜਿਹੜੇ ਮੰਤਰੀ ਪੰਜਾਬ ਦੇ ਹੋਣਹਾਰ ਬੇਟੇ ਹੀਰਾ ਸੋਢੀ ਜੀ ਨਾਲ ਜਿਹੜੇ ਸੂਚਨਾ ਕਮਿਸ਼ਨ ਪੰਜਾਬ ਦੀਆਂ ਸੇਵਾਵਾਂ ਨਿਭਾ ਰਹੇ ਆ, ਉਹਨਾਂ ਦਾ ਕੀ ਕਹਿਣਾ, ਉਹ ਕਿਵੇਂ ਦੇਖਦੇ ਆ ਜੋ ਕੁਝ ਹੋਇਆ ਜੀ? ਤੁਸੀਂ ਕਿਵੇਂ ਦੇਖਦੇ ਹੋ? ਬਹੁਤ ਹੀ ਇੱਕ ਮੰਦਭਾਗਾ ਦਿਨ ਸੀ ਕੱਲ੍ਹ, ਜਿਹੜਾ ਕਿ ਪੰਜਾਬ ਵਾਸਤੇ ਮੈਂ ਕਹਾਂਗਾ, ਪੰਜਾਬ ਦੇ ਜਿਹੜੀ ਨਵੀਂ ਜਨਰੇਸ਼ਨ ਹੈਗੀ ਹੈ, ਅਗਲੀ ਜਿਹੜੀ ਪੀੜ੍ਹੀ ਹੈ, ਉਹਨਾਂ ਵਾਸਤੇ ਮੰਦਭਾਗਾ ਦਿਨ ਸੀ। ਕਿਉਂਕਿ ਇਹਨੂੰ ਐਕਚੁਅਲੀ ਟੈਰਰਿਜ਼ਮ ਕਹਿੰਦੇ, ਇਹਨੂੰ ਨੈਕਸਲਾਈਟ ਮੂਵਮੈਂਟ ਕਹਿੰਦੇ ਆ। ਟੈਰਰਿਸਟ ਉਹ ਨਹੀਂ ਹੁੰਦਾ ਜਿਹੜਾ ਸਿਰਫ ਗੋਲੀ ਚਲਾਏ। ਇਹ ਹੈਗਾ ਕਿ ਜਿੱਥੇ ਹਰ ਜਨ ਸਭਾ, ਹਰ ਲੋਕਾਂ ਨੂੰ ਰੋਕ ਦੇਣ, ਹਰ ਚੀਜ਼ਾਂ ਤੇ ਰੋਕ ਲਾ ਦੇਣ, ਉਹ ਇੱਕ ਟਾਈਪ ਦਾ ਟੈਰਰਿਜ਼ਮ ਹੀ ਹੈਗਾ। ਤੇ ਇਹ ਗਵਰਨਮੈਂਟ ਸਪਾਂਸਰਡ, ਇਹ ਲੋਕਲ ਲੀਡਰਸ਼ਿਪ ਸਪਾਂਸਰਡ, ਇਹ ਬਹੁਤ ਵੱਡਾ ਖਮਿਆਜਾ ਭੁਗਤਣਾ ਪਏਗਾ ਆਪਾਂ ਸਾਰਿਆਂ ਨੂੰ, ਪੰਜਾਬੀਆਂ ਨੂੰ। ਇੰਨਾ ਵੱਡਾ ਨਾਮ ਉਹਨਾਂ ਨੇ ਖਰਾਬ ਕਰਤਾ ਆਪਣਾ, ਜਿਹੜਾ ਆਪਣਾ ਇੰਨਾ ਨਾਮ ਬਣਿਆ ਸੀ ਪੰਜਾਬ ਕੌਮ ਦਾ। ਅੱਜ ਜਿੱਥੇ ਵੀ ਜਾਵਾਂਗੇ ਭਾਰਤ ਦੇਸ਼ ਜਾਂ ਇੰਟਰਨੈਸ਼ਨਲੀ, ਆਪਾਂ ਨੂੰ ਇੱਕ ਇਹਦੀ ਸਫਾਈ ਦੇਣੀ ਪਏਗੀ ਕਿ ਪ੍ਰਾਈਮ ਮਿਨਿਸਟਰ, ਆਨਰੇਬਲ ਪ੍ਰਾਈਮ ਮਿਨਿਸਟਰ ਆਏ। ਮੋਦੀ ਨਹੀਂ ਆਇਆ ਇੱਥੇ, ਪ੍ਰਾਈਮ ਮਿਨਿਸਟਰ ਆਇਆ। ਹੀ ਕੈਨ ਬੀ ਆਫ ਐਨੀ ਪਾਰਟੀ, ਬੇਸ਼ੱਕ ਸਰਦਾਰ ਮਨਮੋਹਨ ਸਿੰਘ ਹੁੰਦੇ, ਬੇਸ਼ੱਕ ਵਾਜਪਾਈ ਸਾਹਿਬ ਹੁੰਦੇ, ਬੇਸ਼ੱਕ ਨਰਸਿਮਹਾ ਰਾਓ, ਜਿਹੜਾ ਵੀ ਕੋਈ ਆਂਦਾ, ਹੀ ਇਜ਼ ਦ ਪ੍ਰਾਈਮ ਮਿਨਿਸਟਰ ਆਫ ਦ ਕੰਟਰੀ। ਆਪਣੇ ਦੇਸ਼ ਦਾ ਪ੍ਰਧਾਨ ਮੰਤਰੀ ਹੈ, ਉਹ ਆ ਰਿਹਾ ਸੀ ਤੇ ਉਹਦੇ ਕਨਵੋਏ ਤੇ ਹਮਲਾ ਕਰਕੇ ਤੇ ਇਹ ਸ਼ੋਅ ਕਰਨਾ ਚਾਹੁੰਦੇ ਕਿ ਅਸੀਂ, ਸਾਡੀ ਟੌਰ ਹੈ। ਉਹਦਾ ਮਤਲਬ ਜੇ ਪ੍ਰਾਈਮ ਮਿਨਿਸਟਰ ਦੇ ਉਹ ਕਰ ਸਕਦੇ ਤੇ ਹੌਸਲੇ ਤੁਸੀਂ ਵੇਖ ਲਓ ਕਿ ਕਿੰਨੇ ਤੱਕ ਪਹੁੰਚ ਗਏ ਹੋਣਗੇ। ਆਮ ਬੰਦੇ ਦਾ ਕੀ ਹੋਏਗਾ? ਆਮ ਨਾਗਰਿਕ ਜਿਹੜਾ ਛੋਟਾ ਦੁਕਾਨਦਾਰ ਹੈ, ਛੋਟਾ ਵਪਾਰੀ ਹੈ, ਛੋਟਾ ਕਿਸਾਨ ਹੈ, ਉਹਦੇ ਤੇ ਕੀ ਹੋਏਗਾ? ਜਿਹੜਾ ਉਹ ਆਪ ਦਾ ਧਿਆਨ ਕਿਵੇਂ ਕਰਨਗੇ ਜੇ ਪ੍ਰਾਈਮ ਮਿਨਿਸਟਰ ਦੇ ਉਲਟ ਐਵੇਂ ਕਰ ਸਕਦੇ? ਤੇ ਇਹਦਾ ਖਮਿਆਜਾ ਆਪਾਂ ਸਾਰਿਆਂ ਨੂੰ, ਆਪਣੀ ਸਾਡੀ ਪੁਸ਼ ਨੂੰ ਜਿਹੜੀ ਆਉਣ ਵਾਲੀ, ਇਹਨੂੰ ਦੇਣਾ ਪੈਣਾ। ਤੁਸੀਂ ਕੀ ਮਹਿਸੂਸ ਕਰਦੇ ਹੋ ਵੀ ਇਹ ਦੌਰਾ ਰੱਦ ਹੋਣ ਨਾਲ ਕੋਈ ਨੁਕਸਾਨ ਵੀ ਹੋਇਆ? ਨੁਕਸਾਨ ਪੰਜਾਬ ਦਾ ਹੋਇਆ। ਇੰਨੇ ਡਿਵੈਲਪਮੈਂਟ ਦੇ ਪ੍ਰੋਜੈਕਟਸ ਜਿਹੜੇ ਆਨਰੇਬਲ ਪ੍ਰਾਈਮ ਮਿਨਿਸਟਰ ਸਾਹਿਬ ਨੇ ਸ਼ੁਰੂਆਤ ਕਰਨੀ ਸੀ, ਫਾਊਂਡੇਸ਼ਨ ਸਟੋਨ ਲੇ ਕਰਨਾ ਸੀ ਪੀਜੀਆਈ ਦਾ, ਇੱਕ ਨਾਲ ਅਸੀਂ ਮੈਡੀਕਲ ਕਾਲਜ ਦਾ ਉਹਨੂੰ ਕਹਿੰਦੇ ਅਨਾਊਂਸਮੈਂਟ ਕਰਵਾਉਣੀ ਸੀ, ਨਾਲ ਇਹ ਕਈ ਚੀਜ਼ਾਂ ਕਰਵਾਉਣੀਆਂ ਸੀ। ਮੈਂ ਕੀ ਦੱਸਾਂ ਹੁਣ ਤੁਹਾਨੂੰ। ਫਿਰੋਜ਼ਪੁਰ ਵਾਸਤੇ ਤਾਂ ਬਹੁਤ ਵੱਡਾ ਨੁਕਸਾਨ ਹੋਇਆ, ਤੇ ਪੰਜਾਬ ਵਾਸਤੇ ਉਸ ਤੋਂ ਵੱਡਾ ਨੁਕਸਾਨ ਹੋਇਆ, ਕਿਉਂਕਿ ਉਹਨਾਂ ਨੇ
ਹੋਰ ਪੰਜਾਬੀਆਂ ਵਾਸਤੇ ਜਿਹੜੀਆਂ ਗੱਲਾਂ ਉਹਨਾਂ ਨੇ ਸੋਚੀਆਂ ਹੋਈਆਂ ਸੀ, ਕਿਸਾਨਾਂ ਵਾਸਤੇ ਸੋਚੀਆਂ ਹੋਈਆਂ ਸੀ, ਉਹਨਾਂ ਨੇ ਸਾਰੀ ਆਪਦੀ ਦਿਲ ਦੀ ਗੱਲ ਸਾਂਝੀ ਕਰਕੇ ਜਾਣੀ ਸੀ। ਉਹਨਾਂ ਨੂੰ ਸ਼ੌਕ ਸੀ ਆਉਣ ਦਾ ਇੱਥੇ ਕਿ ਮੈਂ ਆ ਕੇ ਪੰਜਾਬੀਆਂ ਦੇ ਨਾਲ ਹੱਥ ਮਿਲਾਵਾਂ। ਜਿਹੜੀ ਗਲਤੀ ਹੋ ਗਈ ਮੇਰੇ ਤੋਂ, ਉਹਨਾਂ ਨੇ ਮਾफ़ੀ ਮੰਗੀ ਗੁਰਪੁਰਬ ਵਾਲੇ ਦਿਨ। ਇਸ ਤੋਂ ਵੱਡਾ ਕੀ ਹੋ ਸਕਦਾ ਹੈ? ਤੇ ਆਪਣੇ ਸਮਾਜ ਦੇ ਵਿੱਚ, ਆਪਣੀ ਕੌਮ ਦੇ ਵਿੱਚ, ਸਿੱਖ ਕੌਮ ਦੇ ਵਿੱਚ ਸਾਰਿਆਂ ਨਾਲੋਂ ਵੱਡੀ ਗੱਲ ਹੈਗੀ ਜਿਹੜਾ ਬੰਦਾ ਸਿਰ ਝੁਕਾ ਕੇ ਮਾफ़ੀ ਮੰਗ ਲੇ, ਉਹਦੇ ਨਾਲ ਕਦੇ ਵੀ ਜ਼ਿੰਦਗੀ ਦੇ ਵਿੱਚ ਇਹੋ ਜਿਹਾ ਵਰਤਾਵ ਨਹੀਂ ਕੀਤਾ ਜਾਂਦਾ। ਇਹ ਆਪਣੇ ਗੁਰੂਆਂ ਨੇ, ਆਪਣੇ ਪੀਰਾਂ ਨੇ ਆਪਾਂ ਨੂੰ ਸਿਖਾਇਆ ਹੋਇਆ, ਇਹ ਆਪਣਾ ਕਲਚਰ ਹੈ। ਪ੍ਰਧਾਨ ਮੰਤਰੀ ਸਾਹਿਬ ਦਾ ਜੋ ਵਿਜ਼ਿਟ ਸਾਡੇ ਫਿਰੋਜ਼ਪੁਰ ਵਾਸਤੇ ਹੋ ਰਹੀ ਸੀ, ਪੰਜਾਬ ਵਾਸਤੇ ਵਿਜ਼ਿਟ ਸੀ, ਇਹ ਕੈਂਸਲ ਹੋਣੀ ਇੱਕ ਬਹੁਤ ਮੰਦਭਾਗੀ ਘਟਨਾ ਹੈਗੀ ਆ। ਇਹ ਨਾ ਹੁੰਦਾ ਤਾਂ ਬਹੁਤ ਅੱਛਾ ਸੀ, ਕਿਉਂਕਿ ਸਾਨੂੰ ਇੱਕ ਬਹੁਤ ਵਧੀਆ ਮੌਕਾ ਮਿਲ ਰਿਹਾ ਸੀਗਾ। ਪੰਜਾਬ ਦਾ ਮਾਹੌਲ ਜਿਹੜਾ ਪਿਛਲੇ ਸਾਲ 'ਚ ਕਿਸਾਨਾਂ ਦਾ ਜੋ ਐਜੀਟੇਸ਼ਨ ਚੱਲੀ ਹੈ, ਉਹਦੇ ਵਿੱਚ ਥੋੜ੍ਹਾ ਜਿਹਾ ਮਾਹੌਲ ਜਿਹੜਾ ਸੀ ਉਹ ਅਣਸੁਖਾਵਾਂ ਜਿਹਾ ਹੋ ਗਿਆ ਸੀਗਾ। ਸੋ ਪ੍ਰਧਾਨ ਮੰਤਰੀ ਦੇ ਆਉਣ ਨਾਲ ਇੱਥੇ ਸਾਡਾ ਇਹ ਬਹੁਤ ਅੱਛੀਆਂ ਅਨਾਊਂਸਮੈਂਟਸ ਪੰਜਾਬ ਵਾਸਤੇ, ਸ਼ਾਇਦ ਕਈ ਤਰ੍ਹਾਂ ਦੇ ਪੈਕੇजेस ਔਰ ਕਈ ਤਰ੍ਹਾਂ ਦੀਆਂ ਅਨਾਊਂਸਮੈਂਟਸ ਹੋਣੀਆਂ ਸੀਗੀਆਂ, ਅਤੇ ਇਹ ਕੈਂਸਲੇਸ਼ਨ ਹੋਣ ਦੇ ਨਾਲ ਸ਼ਾਇਦ ਅਸੀਂ ਇੱਕ ਵਾਰੀ ਉਸ ਚੀਜ਼ ਤੋਂ ਵਾਂਝੇ ਰਹਿ ਗਏ। ਔਰ ਇੱਕ ਬੜਾ ਅੱਛਾ ਸੁਖਾਵਾਂ ਮਾਹੌਲ ਜਿਹੜਾ ਬਣਨਾ ਸੀਗਾ ਪੰਜਾਬ ਵਾਸਤੇ, ਜਿਹਦੀ ਅਸੀਂ ਉਮੀਦ ਕਰਦੇ ਪਏ ਸਾਰੇ ਪੰਜਾਬੀ, ਉਹ ਸ਼ਾਇਦ ਇੱਕ ਵਾਰੀ ਥੋੜ੍ਹਾ ਜਿਹਾ ਉਸ ਨੂੰ ਢਾਹ ਜ਼ਰੂਰ ਲੱਗੀ ਹੈ। ਪਰ ਮੈਂ ਮਹਿਸੂਸ ਕਰਦਾ ਵੀ ਪ੍ਰਧਾਨ ਮੰਤਰੀ ਜੀ ਪੰਜਾਬ ਵਾਸਤੇ ਉਹਨਾਂ ਦੇ ਦਿਲ ਦੇ ਵਿੱਚ ਬਹੁਤ ਪਿਆਰ ਹੈ, ਔਰ ਉਹ ਹੁਣ ਸਾਨੂੰ ਸਿਆਸੀ ਤੌਰ 'ਤੇ ਨਹੀਂ ਦੇਖਦੇ ਵੀ 13 ਸੀਟਾਂ ਨੇ, ਸਾਨੂੰ 5 ਆਉਣਗੀਆਂ ਕਿ 6 ਆਉਣਗੀਆਂ ਕਿ 7 ਆਉਣਗੀਆਂ। ਉਹ ਇਹ ਮਹਿਸੂਸ ਕਰਦੇ ਨੇ ਵੀ ਇਹ ਇੱਕ ਸੁਰੱਖਿਆ ਦੁਆਰ ਹੈ ਹਿੰਦੁਸਤਾਨ ਦਾ, ਔਰ ਇਹ ਸੁਰੱਖਿਆ ਦੁਆਰ ਜਿਹੜਾ ਹੈ ਪੰਜਾਬੀਆਂ ਨੇ ਬਹੁਤ ਅੱਛੇ ਢੰਗ ਨਾਲ ਇਹਨੂੰ ਬਚਾਇਆ ਹੋਇਆ। ਔਰ ਚਾਈਨਾ ਬਾਰਡਰ 'ਤੇ ਹੋਇਆ ਜਾਂ ਪਾਕਿਸਤਾਨ ਦਾ ਬਾਰਡਰ ਹੈ, ਉੱਥੇ ਪੰਜਾਬੀਆਂ ਦਾ ਬਹੁਤ ਯੋਗਦਾਨ ਹੈ। ਪੰਜਾਬੀ ਬੜਾ ਹਮਾ ਕੇ ਸੁਰੱਖਿਆ ਦੇ ਵਿੱਚ ਪਾਰਟਿਸਿਪੇਸ਼ਨ ਕਰਦੇ ਨੇ, ਔਰ ਹਿੰਦੁਸਤਾਨ ਨੂੰ ਬਚਾਉਣ ਦੇ ਵਿੱਚ ਪੰਜਾਬੀਆਂ ਦਾ ਬਹੁਤ ਵੱਡਾ ਇੱਕ ਯੋਗਦਾਨ ਹੈ, ਜਿਹਨੂੰ ਸਾਰਾ ਹਿੰਦੁਸਤਾਨ ਮੰਨਦਾ ਵੀ ਹੈ। ਅਤੇ ਕੋਈ ਨਹੀਂ, ਇਸ ਤਰ੍ਹਾਂ ਹੁੰਦਾ ਹੈ ਕਈ ਵਾਰ ਇਹੋ ਜਿਹੀਆਂ ਅਣਸੁਖਾਵੀਂ ਚੀਜ਼ਾਂ ਹੋ ਜਾਂਦੀਆਂ ਨੇ, ਅਤੇ ਪਰਿਵਾਰ ਅਸੀਂ ਸਾਰਾ ਹਿੰਦੁਸਤਾਨ ਆਪਸ ਦੇ ਵਿੱਚ, ਚਾਹੇ ਪੰਜਾਬੀ ਹੈ, ਚਾਹੇ ਹਰਿਆਣੇ ਵਾਲੇ ਹੈ, ਚਾਹੇ ਹਿਮਾਚਲ ਦੇ ਹੈ, ਚਾਹੇ ਹੋਰ ਵੀ ਕਿਸੇ ਵੀ ਸਟੇਟ ਦੇ ਲੋਕ ਹੈ। ਮੇਰਾ ਖਿਆਲ ਹੈ ਪ੍ਰਧਾਨ ਮੰਤਰੀ ਜੀ ਦਾ ਦਿਲ ਬਹੁਤ ਵੱਡਾ ਹੈਗਾ। ਆਉਣ ਵਾਲੇ ਟਾਈਮ ਦੇ ਵਿੱਚ ਪੰਜਾਬੀਆਂ ਦਾ ਦਿਲ ਵੀ ਬਹੁਤ ਵੱਡਾ ਹੈ, ਆਪਾਂ ਸਾਰੇ ਜਾਣਦੇ ਹੀ ਹਾਂ। ਅਤੇ ਅਸੀਂ ਸ਼ਾਇਦ ਹੋ ਸਕਦਾ ਕਿ ਆਉਣ ਵਾਲੇ ਟਾਈਮ 'ਚ ਕੋਈ ਨਾ ਕਿਸੇ ਸਾਨੂੰ ਕਈ ਮੌਕੇ ਹੋਰ ਮਿਲਣਗੇ, ਅਤੇ ਇਹ ਜਿਹੜਾ ਜੋ ਵੀ ਹੋਇਆ ਇਹ ਸ਼ਾਇਦ ਵਾਤਾਵਰਨ ਠੀਕ ਹੋ ਜਾਏਗਾ, ਅਤੇ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਸ਼ਾਇਦ ਪੰਜਾਬ ਦੀ ਬਹੁਤ ਤਰੱਕੀ ਦੇਖਾਂਗੇ, ਔਰ ਪੰਜਾਬ ਨੂੰ ਬਹੁਤ ਮਜ਼ਬੂਤ ਅਤੇ ਪੰਜਾਬੀਆਂ ਨੂੰ ਬਹੁਤ ਖੁਸ਼ਹਾਲ ਦੇਖਾਂਗੇ। ਧੰਨਵਾਦ। ਉਹ ਕੀ ਸਵੇਰ ਦੇ ਖੇਡੀ ਜਾਂਦੇ ਹੋ ਤੁਸੀਂ? ਉਹ ਬਸ ਕਰੋ, ਪੜ੍ਹ ਵੀ ਲਓ ਹੁਣ। ਚੀਟਰ ਝੂਠਾ ਕਿਸੇ ਥਾਂ ਦਾ ਐਵੇਂ ਚੀਟਿੰਗ ਕਰਕੇ ਜਿੱਤਦਾ ਰਹਿੰਦਾ। ਸੋ ਮੈਨੂੰ ਮੈਂ ਕੋਈ ਚੀਟਿੰਗ ਨਹੀਂ ਕੀਤੀ। ਉਹ ਆਤਾ ਝੂਠੀਆਂ ਕਸਮਾਂ ਖਾਈ ਜਾਂਦਾ ਹੈ, ਧੋਖੇਬਾਜ਼ ਕਿਸੇ ਥਾਂ ਦਾ। ਪਾਪ ਲੱਗੂ ਪਾਪ। ਉਹ ਕੱਪੂ, ਤੂੰ ਐਵੇਂ ਇੰਨੀਆਂ ਝੂਠੀਆਂ ਸੌਂ ਕਿਉਂ ਖਾਈ ਜਾਣਾ? ਮੈਂ ਸੋ ਖਾਦੀ ਤਾਂ ਤੁਹਾਨੂੰ ਇੰਨੀ ਪੀੜ ਹੋ ਗਈ। ਆਹ ਸਰਕਾਰ ਨੇ ਇੰਨੀਆਂ ਸੋਹਾ ਖਾਦੀਆਂ, ਵਾਅਦੇ ਕੀਤੇ, ਉਹਨਾਂ ਦਾ ਕੀ? ਕਿਹਾ ਸੀ ਘਰ ਘਰ ਰੋਜ਼ਗਾਰ ਮਿਲੂਗਾ, ਦਿੱਤੀਆਂ ਘਰ ਘਰ ਨੌਕਰੀਆਂ। ਮੇਰਾ ਵੀਰਾ ਹੁਣ ਵੀ ਧੱਕੇ ਖਾਂਦਾ, ਨਾਲੇ ਨਸ਼ੇ ਕਰਦਾ। ਨਸ਼ਾ ਖਤਮ ਕਰਨ ਦੀ ਵੀ ਤਾਂ ਸਹੁੰ ਖਾਦੀ ਸੀ ਇਹਨਾਂ ਨੇ। ਕਿਸਾਨਾਂ ਦੇ ਕਰਜ਼ੇ ਮਾਫ ਕਰਨ ਦੀ ਸਹੁੰ, ਹੋ ਗਏ ਸਭ ਦੇ ਸਾਰੇ ਕਰਜ਼ੇ ਮਾਫ। ਬਾਪੂ ਦੇ ਤਾਂ ਖੇਤ ਵੀ ਬੈਂਕ ਵਾਲੇ ਲੈ ਗਏ। ਇਸ ਕਾਂਗਰਸ ਸਰਕਾਰ ਤੋਂ ਕਿਉਂ ਨਹੀਂ ਜਵਾਬ ਮੰਗਦੇ?